ਹੈਲੋ ਸਟੂਡੈਂਟ। ਉੱਡਣਾ ਸਿੱਖ ਮਿਲਖਾ ਸਿੰਘ ਕਹਾਣੀ ਜੀਵਨੀ ਹੈ ਜਿਹੜੀ ਪ੍ਰਕਾਸ਼ ਸਿੰਘ ਗਿੱਲ ਦੁਆਰਾ ਲਿਖੀ ਗਈ ਹੈ। ਇਸ ਵਿੱਚ ਮਿਲਖਾ ਸਿੰਘ ਦੇ ਜੀਵਨ ਬਾਰੇ ਦੱਸਿਆ ਹੈ ਕਿ ਉਸ ਨੇ ਕਿਸ ਤਰ੍ਹਾਂ ਦੌੜ ਵਿੱਚ ਜਗਤ ਪ੍ਰਸਿੱਧੀ ਹਾਸਲ ਕੀਤੀ ਹੈ। ਮਿਲਖਾ ਸਿੰਘ 70 ਮੁਲਕਾਂ ਵਿੱਚੋਂ ਮੁਕਾਬਲੇ ਦੀ ਦੌੜ ਦੌੜਿਆ ਅਤੇ 82 ਮੁਕਾਬਲਿਆਂ ਵਿੱਚੋਂ 79 ਵਾਰ ਉਸ ਨੂੰ ਜਿੱਤ ਮਿਲੀ। 1960 ਵਿੱਚ 400 ਮੀਟਰ ਦੀ ਦੌੜ 45.6 ਸੈਕਿੰਡ ਵਿੱਚ ਲਾਈ ਸੀ ਅਤੇ ਇਹ ਏਸ਼ੀਆ ਦਾ ਕੋਈ ਵੀ ਐਥਲੀਟ ਇਹ ਰਿਕਾਰਡ ਤੋੜ ਨਹੀਂ ਸਕਿਆ। 400 ਮੀਟਰ ਦੀ ਦੌੜ ਵਿੱਚ ਜਗਤ ਪ੍ਰਸਿੱਧੀ ਹਾਸਲ ਕਰਨ ਲਈ ਉਸ ਨੂੰ 30,000 ਮੀਲ ਦੌੜਨ ਦਾ ਅਭਿਆਸ ਕਰਨਾ ਪਿਆ। ਇਸ ਅਦੁੱਤੀ ਮਨੁੱਖ ਦੀ ਜਨਮ ਮਿਤੀ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਉਹ ਸਿਰਫ ਇੰਨਾ ਹੀ ਜਾਣਦਾ ਹੈ ਕਿ ਉਸ ਦਾ ਬਚਪਨ ਗੋਬਿੰਦਪੁਰਾ ਵਿੱਚ ਗੁਜ਼ਰਿਆ, ਜੋ ਕਿ ਪੱਛਮੀ ਪੰਜਾਬ ਦੇ ਮੁਜ਼ੱਫਰਗੜ੍ਹ ਵਿੱਚ ਕੋਟ ਅਦੂ ਨੇੜੇ ਸੀ। ਉਸ ਦੇ ਮਾਤਾ ਪਿਤਾ ਦਾ ਸਾਇਆ ਬਚਪਨ ਵਿੱਚ ਹੀ ਉੱਠ ਗਿਆ ਸੀ ਅਤੇ ਉਸ ਦਾ ਪਾਲਣ ਪੋਸ਼ਣ ਵੱਡੀ ਭੈਣ ਨੇ ਕੀਤਾ। ਉਸ ਦਾ ਪਰਿਵਾਰ ਖੇਤੀ ਕਰਦਾ ਸੀ। ਉਹ 8 ਭੈਣ ਭਰਾ ਵਿੱਚੋਂ ਸਭ ਤੋਂ ਛੋਟਾ ਸੀ। 1947 ਵਿੱਚ ਦੇਸ਼ ਦੀ ਵੰਡ ਸਮੇਂ ਉਹ 7ਵੀਂ 8ਵੀਂ ਵਿੱਚ ਪੜ੍ਹਦਾ ਸੀ। ਉਸ ਦਾ ਵੱਡਾ ਭਰਾ ਮੱਖਣ ਸਿੰਘ ਮੁਲਤਾਨ ਫੌਜ ਵਿੱਚ ਸੀ, ਪਰ ਦੇਸ਼ ਦੇ ਦੰਗਿਆਂ ਨੇ ਉਸ ਦਾ ਜੀਵਨ ਹੀ ਬਦਲ ਦਿੱਤਾ ਸੀ। ਉਹ ਜਾਨ ਬਚਾਉਣ ਲਈ ਮੁਲਤਾਨ ਚਲਾ ਗਿਆ। ਉਸ ਦੇ ਵੱਡੇ ਭਰਾ ਨੇ ਉਸ ਨੂੰ ਵਾਰ-ਵਾਰ ਫੌਜ ਵਿੱਚ ਭਰਤੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਉਸ ਨੂੰ 1952 ਵਿੱਚ ਮਿਲੀ। ਸਰੀਰ ਪੱਖੋਂ ਕਮਜ਼ੋਰ ਅਤੇ ਛਾਤੀ ਦਾ ਘੱਟ ਨਾਪ ਉਸ ਲਈ ਫੌਜ ਵਿੱਚ ਭਰਤੀ ਹੋਣ ਦੀ ਵੱਡੀ ਰੁਕਾਵਟ ਸੀ। ਰੰਗਰੂਟੀ ਕਰਨ ਵੇਲੇ ਜਵਾਨਾਂ ਦੀਆਂ ਖੇਡਾਂ ਹੋਈਆਂ। ਮਿਲਖਾ ਸਿੰਘ ਕ੍ਰਾਸ ਕੰਟਰੀ ਵਿੱਚ 6ਵੇਂ ਸਥਾਨ 'ਤੇ ਆਇਆ। ਫਿਰ ਮਿਲਖਾ ਸਿੰਘ ਨੂੰ 400 ਮੀਟਰ ਦੀ ਦੌੜ ਲਾਉਣ ਲਈ ਪੁੱਛਿਆ ਗਿਆ ਤਾਂ ਨਾਲ ਹੀ ਇਹ ਵੀ ਦੱਸਿਆ ਗਿਆ ਕਿ 400 ਮੀਟਰ ਦੀ ਦੌੜ ਟਰੈਕ ਦਾ ਇੱਕੋ ਚੱਕਰ ਹੁੰਦਾ ਹੈ, ਤਾਂ ਉਸ ਨੇ ਕਿਹਾ ਕਿ ਇੱਕ ਚੱਕਰ ਛੱਡ ਮੈਂ 10 ਚੱਕਰ ਲਾ ਸਕਦਾ ਹਾਂ। ਉਸ ਦੇ ਉਸਤਾਦ ਨੇ ਉਸ ਨੂੰ ਸਮਝਾਇਆ ਕਿ ਇੱਕੋ ਚੱਕਰ ਵਿੱਚ 10 ਚੱਕਰ ਜਿੰਨਾ ਜ਼ੋਰ ਲਾ ਦੇਣਾ। ਉਸ ਨੇ ਉਵੇਂ ਹੀ ਕਰਕੇ ਆਪਣੀ ਕੰਪਨੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਦੌੜ ਉਸ ਨੇ 1 ਮਿੰਟ 3 ਸਕਿੰਟ ਵਿੱਚ ਪੂਰੀ ਕੀਤੀ। ਇਸ ਪਿੱਛੋਂ ਉਸ ਦੀਆਂ ਅੰਦਰੂਨੀ ਸੁੱਤੀਆਂ ਸ਼ਕਤੀਆਂ ਜਾਗ ਪਈਆਂ। ਉਹ ਫੌਜੀਆਂ ਵਾਲੀ ਆਮ ਦਾਲ ਰੋਟੀ ਖਾ ਕੇ ਦਿਨ ਰਾਤ ਦੌੜਨ ਦਾ ਅਭਿਆਸ ਕਰਨ ਲੱਗਾ। ਉਸ ਦੇ ਅਫਸਰ ਉਸ ਅੰਦਰ ਹੋਣਹਾਰ ਦੌੜਾਕ ਬਣਨ ਦੀਆਂ ਸੰਭਾਵਨਾ ਦੇਖਦੇ ਸਨ। ਉਹ ਉਸ ਨੂੰ ਡਿਊਟੀ ਤੋਂ ਛੁੱਟੀ ਦੇ ਦਿੰਦੇ ਅਤੇ ਉਹ ਮੈਦਾਨ ਵਿੱਚ ਦੌੜਦਾ ਰਹਿੰਦਾ। ਉਸ ਨੂੰ ਬਕਾਇਦਾ ਕੋਈ ਸਿਖਲਾਈ ਨਹੀਂ ਮਿਲ ਰਹੀ ਸੀ। ਹੌਲੀ-ਹੌਲੀ ਉਸ ਦੀ ਦੌੜ ਤੇਜ਼ ਹੁੰਦੀ ਗਈ। ਸਰੀਰ ਜ਼ੋਰ ਫੜਦਾ ਗਿਆ। ਇਸ ਦੇ ਨਾਲ ਹੀ ਉਸ ਦਾ ਦਮ ਪੱਕਦਾ ਗਿਆ। ਉਹ ਆਪਣੇ ਸੈਂਟਰ ਅਤੇ ਸਮੁੱਚੀ ਫੌਜ ਦੇ ਦੌੜ ਮੁਕਾਬਲਿਆਂ ਵਿੱਚ ਮੂਹਰੇ ਆਉਣ ਲੱਗਾ। ਉਨ੍ਹੀਂ ਦਿਨੀਂ ਭਾਰਤੀ ਫੌਜ ਵਿੱਚ ਜੋਗਿੰਦਰ ਸਿੰਘ ਅਤੇ ਸੋਹਣ ਲਾਲ 2 ਵਧੀਆ ਦੌੜਾਕ ਸਨ। ਉਨ੍ਹਾਂ ਨੇ ਸਦਾ ਮਿਲਖਾ ਸਿੰਘ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਮਿਲਖਾ ਸਿੰਘ ਉਨ੍ਹਾਂ ਦੀ ਈਰਖਾ ਤੋਂ ਨਿਰਲੇਪ ਆਪਣੀ ਧੁਨ ਵਿੱਚ ਲੱਗਾ ਰਿਹਾ। ਗਰਾਊਂਡ ਉਹਦੇ ਲਈ ਰੱਬ ਘਰ ਸੀ ਅਤੇ ਦੌੜਨਾ ਨਿਤਨੇਮ। ਉਹ ਦੌੜਦੇ ਸਮੇਂ ਕਈ ਵਾਰ ਬੇਹੋਸ਼ ਹੋ ਜਾਂਦਾ, ਪਰ ਇਸ ਦੇ ਬਾਵਜੂਦ ਵੀ ਉਸਨੇ ਦੌੜਨਾ ਜਾਰੀ ਰੱਖਿਆ। 1956 ਵਿੱਚ ਮੈਲਬੌਰਨ ਦੀਆਂ ਓਲੰਪਿਕ ਖੇਡਾਂ ਵਿੱਚ ਉਹ ਚੁਣਿਆ ਗਿਆ। ਉਹ ਵਿਸ਼ਾਲ ਸਟੇਡੀਅਮ ਵੇਖ ਕੇ ਹੈਰਾਨ ਰਹਿ ਗਿਆ। ਭਾਵੇਂ ਉਹ ਇਹਨਾਂ ਦੌੜਾਂ ਵਿੱਚ ਹਾਰ ਗਿਆ, ਪਰ ਨਵਾਂ ਉਤਸ਼ਾਹ ਲੈ ਕੇ ਮੁੜਿਆ। 1958 ਵਿੱਚ ਟੋਕੀਓ ਵਿਖੇ ਹੋਈਆਂ ਤੀਜੀਆਂ ਏਸ਼ੀਆਈ ਖੇਡਾਂ ਵਿੱਚ ਉਹ ਤਕੜਾ ਐਥਲੀਟ ਸਿੱਧ ਹੋਇਆ। ਪਾਕਿਸਤਾਨ ਦਾ ਅਬਦੁਲ ਖਾਲਿਦ 200 ਮੀਟਰ ਦੀ ਦੌੜ ਦਾ ਇੱਕ ਤੇਜ਼ ਤਰਾਰ ਦੌੜਾਕ ਸੀ। ਜਦੋਂ ਦੌੜ ਤੋਂ ਪਹਿਲਾਂ ਉਸ ਦੀ ਮਿਲਖਾ ਸਿੰਘ ਨਾਲ ਜਾਣ ਪਛਾਣ ਕਰਵਾਈ ਗਈ ਤਾਂ ਉਸ ਨੇ ਆਮ ਪੰਜਾਬੀਆਂ ਵਾਂਗ ਫੜ ਮਾਰ ਦਿੱਤੀ ਕਿ ਇਸ ਸਿਖੜੇ ਨੇ ਉਸ ਦਾ ਧੱਕਾ ਕਿੱਥੋਂ ਸਹਿਣਾ ਹੈ। ਇਹ ਸੁਣ ਕੇ ਮਿਲਖਾ ਸਿੰਘ ਗੁੱਸੇ ਨੂੰ ਅੰਦਰੋਂ ਅੰਦਰੀ ਪੀ ਗਿਆ। ਮਿਲਖਾ ਸਿੰਘ ਦੇ ਅਬਦੁਲ ਖਾਲਿਦ ਵਿੱਚੋਂ ਜਿਹੜਾ ਵੀ ਉਹ ਦੌੜ ਜਿੱਤ ਜਾਂਦਾ, ਉਹੀ ਏਸ਼ੀਆ ਦਾ ਸਭ ਤੋਂ ਤਕੜਾ ਐਥਲੀਟ ਮੰਨਿਆ ਜਾਂਦਾ। ਜਦੋਂ ਦੌੜ ਹੋਈ ਤਾਂ ਮਿਲਖਾ ਸਿੰਘ ਪਹਿਲੇ ਸਥਾਨ 'ਤੇ ਰਿਹਾ। ਸਾਰਾ ਸਟੇਡੀਅਮ ਹੱਲਾ-ਸ਼ੇਰੀ ਵਿੱਚ ਗੂੰਜ ਉੱਠਿਆ। ਖੁਸ਼ੀ ਨਾਲ ਉਸ ਦੇ ਹੰਝੂ ਨਿਕਲ ਗਏ। ਜਾਪਾਨ ਦੇ ਸ਼ਹਿਨਸ਼ਾਹ ਨੇ ਉਸ ਨੂੰ ਇਨਾਮ ਦਿੱਤਾ। ਹੁਣ ਮਿਲਖਾ ਸਿੰਘ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਿਆ। ਮਿਲਖਾ ਸਿੰਘ 1958 ਤੋਂ 60 ਤੱਕ ਖੂਬ ਘੁੰਮਿਆ। ਉਹ ਆਪਣੇ ਵਤਨ ਲਈ ਤਰਸ ਜਾਂਦਾ। ਉਦੋਂ ਉਸ ਦਾ ਟਿਕਾਣਾ ਲੰਡਨ ਸੀ।
ਫਿਰ ਇੰਡੋ ਪਾਕ ਮੀਟ ਲਾਹੌਰ ਵਿੱਚ ਹੋਈ। ਉੱਥੇ ਮਿਲਖਾ ਸਿੰਘ ਗਜਾਂ ਦੇ ਫਾਸਲੇ ਨਾਲ ਪ੍ਰਥਮ ਆਇਆ। ਇਸ ਦੌੜ ਵਿੱਚ ਅਨਾਊਂਸਰ ਨੇ ਕਿਹਾ ਕਿ ਮਿਲਖਾ ਸਿੰਘ ਨੇ ਇਹ ਦੌੜ ਦੌੜ ਕੇ ਨਹੀਂ ਸਗੋਂ ਉੱਡ ਕੇ ਪੂਰੀ ਕੀਤੀ ਹੈ, ਇਸ ਲਈ ਉਸ ਨੂੰ ਫਲਾਇੰਗ ਸਿੱਖ ਕਹਿਣਾ ਚਾਹੀਦਾ ਹੈ। ਉਦੋਂ ਤੋਂ ਫਲਾਇੰਗ ਸਿੱਖ ਦਾ ਖਿਤਾਬ ਮਿਲਖਾ ਸਿੰਘ ਦੇ ਨਾਲ ਨਾਲ ਜੁੜਿਆ ਆ ਰਿਹਾ ਹੈ। ਉਸ ਨੂੰ ਪਦਮ ਸ਼੍ਰੀ ਦਾ ਸਨਮਾਨ ਵੀ ਮਿਲਿਆ। ਉਸ ਨੇ ਆਪਣੀ ਸਵੈ ਜੀਵਨੀ ਦਾ ਨਾਮ ਫਲਾਇੰਗ ਸਿੱਖ ਮਿਲਖਾ ਸਿੰਘ ਰੱਖਿਆ ਹੈ। ਓਲੰਪਿਕ ਖੇਡਾਂ ਤੋਂ ਪਹਿਲਾਂ ਉਸ ਨੂੰ ਭਾਰਤ ਦੇ ਫੌਜੀ ਐਥਲੀਟਾਂ ਦੀ ਟੀਮ ਦਾ ਕਪਤਾਨ ਬਣਾ ਕੇ ਯੂਰਪ ਦੇ ਦੌਰੇ ਉੱਤੇ ਭੇਜਿਆ ਗਿਆ। ਇਸ ਦੌਰੇ ਵਿੱਚ ਉਸ ਨੂੰ ਦੌੜ ਕੇ ਕਾਫੀ ਸਖਤ ਮੁਕਾਬਲੇ ਪੇਸ਼ ਆਏ। ਸਵੀਡਨ ਤੇ ਪੈਰਿਸ ਵਿੱਚ ਉਸਨੇ 400 ਮੀਟਰ ਦੌੜ 45.9 ਸੈਕਿੰਡ ਅਤੇ 45.8 ਸੈਕਿੰਡ ਵਿੱਚ ਪੂਰੀ ਕੀਤੀ। ਉਸ ਨੂੰ ਓਲੰਪਿਕ ਜਿੱਤਣ ਦਾ ਪੱਕਾ ਵਿਸ਼ਵਾਸ ਹੋ ਗਿਆ। ਉਸਨੇ ਰੋਮ ਵਿੱਚ 200 ਮੀਟਰ ਦੀ ਦੌੜ ਬਜਾਏ 400 ਮੀਟਰ ਦੀ ਦੌੜ ਦੌੜਨ ਦਾ ਫੈਸਲਾ ਕਰ ਲਿਆ, ਪਰ ਉਸਦਾ ਇਹ ਫੈਸਲਾ ਉਸਨੂੰ ਧੋਖਾ ਦੇ ਗਿਆ। ਰੋਮ ਦੌੜ ਪਿੱਛੋਂ ਉਹ ਉਦਾਸ ਹੋ ਗਿਆ, ਪਰ ਦੋਸਤਾਂ ਮਿੱਤਰਾਂ ਤੇ ਅਫਸਰਾਂ ਦੇ ਦਿਲਾਸੇ ਪਿੱਛੋਂ ਸੰਭਲ ਗਿਆ। 1962 ਵਿੱਚ ਜਕਾਰਤਾ ਵਿਖੇ ਚੌਥੀਆਂ ਏਸ਼ੀਆਈ ਖੇਡਾਂ ਵਿੱਚ ਉਸਨੇ ਫਿਰ ਸੋਨੇ ਦੇ ਤਗਮੇ ਜਿੱਤੇ। 1964 ਦੀਆਂ ਓਲੰਪਿਕ ਖੇਡਾਂ ਵਿੱਚ ਤੀਜੀ ਵਾਰ ਹਿੱਸਾ ਲਿਆ। ਅਖੀਰ ਟੋਕੀਓ ਦੀ ਓਲੰਪਿਕ ਦੌੜ ਦੌੜਨ ਪਿੱਛੋਂ ਦੌੜ ਨੂੰ ਅਲਵਿਦਾ ਕਹਿ ਕੇ ਕਿੱਲਾਂ ਵਾਲੇ ਬੂਟ ਕਿੱਲੀ ਉੱਤੇ ਟੰਗ ਦਿੱਤੇ ਜੋ ਵੰਗਾਰ ਰਹੇ ਹਨ, ਆਵੇ ਕੋਈ ਨਿਤਰੇ। ਇਹ ਸੀ ਬੱਚੇ ਮਿਲਖਾ ਸਿੰਘ ਦੀ ਜੀਵਨੀ। ਅੱਗੋਂ ਆ ਜਾਂਦੇ ਇਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਮਿਲਖਾ ਸਿੰਘ ਨੇ ਕਿੰਨੇ ਦੌੜ ਮੁਕਾਬਲਿਆਂ 'ਚ ਹਿੱਸਾ ਲਿਆ ਅਤੇ ਕਿੰਨੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ? ਮਿਲਖਾ ਸਿੰਘ ਨੇ 82 ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਉਹਨਾਂ ਵਿੱਚੋਂ 79 ਵਾਰ ਉਸਨੂੰ ਜਿੱਤ ਹਾਸਲ ਹੋਈ। 400 ਮੀਟਰ ਦੀ ਦੌੜ ਵਿੱਚ ਜਗਤ ਪ੍ਰਸਿੱਧੀ ਹਾਸਲ ਕਰਨ ਲਈ ਉਸਨੂੰ ਕਿੰਨਾ ਕੁ ਅਭਿਆਸ ਕਰਨਾ ਪਿਆ? 400 ਮੀਟਰ ਦੀ ਦੌੜ ਵਿੱਚ ਜਗਤ ਪ੍ਰਸਿੱਧੀ ਹਾਸਲ ਕਰਨ ਲਈ ਉਸਨੂੰ 30,000 ਮੀਟਰ ਦੌੜਨ ਦਾ ਅਭਿਆਸ ਕਰਨਾ ਪਿਆ। ਮੈਲਬਰਨ ਦੀ ਕਿਹੜੀ ਚੀਜ਼ ਨੇ ਮਿਲਖਾ ਸਿੰਘ ਨੂੰ ਪ੍ਰਭਾਵਿਤ ਕੀਤਾ? ਵਿਸ਼ਾਲ ਸਟੇਡੀਅਮ ਨੇ ਅਤੇ ਜੇਤੂਆਂ ਦੇ ਸ਼ਾਹੀ ਸਨਮਾਨ ਨੇ। 1958 ਦੀਆਂ ਟੋਕੀਓ ਏਸ਼ੀਆਈ ਖੇਡਾਂ ਵਿੱਚ ਮਿਲਖਾ ਸਿੰਘ ਮੂਹਰੇ ਕਿਹੜਾ ਖਿਡਾਰੀ ਸਭ ਤੋਂ ਵੱਡੀ ਚੁਣੌਤੀ ਸੀ? ਪਾਕਿਸਤਾਨ ਦਾ ਅਬਦੁਲ ਖਾਲਿਦ। ਕਿਹੜੀ ਦੌੜ ਜਿੱਤਣ ਪਿੱਛੋਂ ਦੁਨੀਆ 'ਚ ਮਿਲਖਾ ਸਿੰਘ ਹੋ ਗਈ? ਤੀਜੀਆਂ ਏਸ਼ੀਆਈ ਖੇਡਾਂ 'ਚ 200 ਮੀਟਰ ਦੌੜ ਜਿੱਤਣ ਪਿੱਛੋਂ। ਮਿਲਖਾ ਸਿੰਘ ਫਲਾਇੰਗ ਸਿੱਖ ਦਾ ਖਿਤਾਬ ਸਭ ਤੋਂ ਪਹਿਲਾਂ ਕਿੱਥੇ ਮਿਲਿਆ? ਇੰਡੋ ਪਾਕ ਮੀਟ ਲਾਹੌਰ ਵਿੱਚ। ਮਿਲਖਾ ਸਿੰਘ ਕਿਹੜੀ ਦੌੜ ਕਾਰਨ ਉਦਾਸ ਹੋ ਗਿਆ? ਰੋਮ ਦੀ ਦੌੜ ਪਿੱਛੋਂ। ਮਿਲਖਾ ਸਿੰਘ ਨੇ ਦੌੜ ਨੂੰ ਅਲਵਿਦਾ ਕਦੋਂ ਆਖੀ? ਟੋਕੀਓ ਓਲੰਪਿਕ ਦੌੜ ਦੌੜਨ ਪਿੱਛੋਂ। ਨੈਕਸਟ ਆ ਗਿਆ ਬੁੱਕ ਵਰਕ। ਵਾਕਾਂ ਨੂੰ ਵਿਸ਼ਰਾਮ ਚਿੰਨ੍ਹ ਲਗਾ ਕੇ ਲਿਖੋ। ਉਸਤਾਦ ਨੇ ਕਿਹਾ, ਕੋਮਾ ਪੁੱਠੇ ਕੋਮੇ ਦੂਹਰੇ ਪੁੱਠੇ ਕੋਮੇ ਸਟਾਰਟ। ਮਿਲਖਾ ਸਿੰਘ ਦੌੜੋ ਡੰਡੀ ਪੁੱਠੇ ਕੋਮੇ ਬੰਦ। ਦੌੜਦੇ ਦੌੜਦੇ ਵਿੱਚ ਜੋੜਨੀ। ਮਿਲਖਾ ਸਿੰਘ ਦਾ ਸਾਹ ਪੱਕ ਗਿਆ ਡੰਡੀ। ਕਾਸ਼ ਵਿਸਮਿਕ ਚਿੰਨ੍ਹ ਮੈਂ 400 ਮੀਟਰ ਨਾ ਦੌੜਦਾ ਡੰਡੀ। ਮਿਲਖਾ ਸਿੰਘ ਨੇ ਹੇਠਾਂ ਲਿਖੇ ਸ਼ਹਿਰਾਂ ਵਿੱਚੋਂ ਵਿਖੇ ਦੌੜ ਵਿੱਚ ਹਿੱਸਾ ਲਿਆ। ਤੋਂ ਬਾਅਦ ਹਾਈਫਨ ਆ ਗਿਆ। ਟੋਕੀਓ ਕੋਮਾ ਲਾਹੌਰ ਕੋਮਾ ਪੈਰਿਸ ਡੰਡੀ। ਨੈਕਸਟ ਆ ਗਿਆ ਵਾਕਾਂ ਨੂੰ ਸੋਧ ਕੇ ਲਿਖੋ। ਮਿਲਖਾ ਸਿੰਘ ਦਾ ਭਰਾ ਵੱਡਾ ਮੁਲਤਾਨ ਵਿੱਚ ਫੌਜ ਸੀ। ਮਿਲਖਾ ਸਿੰਘ ਦਾ ਵੱਡਾ ਭਰਾ ਮੁਲਤਾਨ ਫੌਜ ਵਿੱਚ ਸੀ। ਨੈਕਸਟ ਹੈ ਦੌੜਿਆ ਮਿਲਖਾ ਸਿੰਘ ਵਿੱਚ ਓਲੰਪਿਕ। ਮਿਲਖਾ ਸਿੰਘ ਓਲੰਪਿਕ ਵਿੱਚ ਦੌੜਿਆ। ਬੂਟ ਵਾਲੇ ਕਿੱਲੇ ਪਾ ਕੇ ਸੀ ਦੌੜਦਾ ਉਹ ਕਿੱਲਾਂ ਵਾਲੇ ਬੂਟ ਪਾ ਕੇ ਦੌੜਦਾ ਸੀ। ਮੁੰਡੇ ਇਸ ਨੂੰ ਮੈਂ ਤੇ ਵਿੱਚ ਰਾਹ ਦੇ ਵਿੱਚ ਹੀ ਦੇਣਾ ਛੱਡ ਹੈ। ਇਸ ਮੁੰਡੇ ਨੂੰ ਤਾਂ ਮੈਂ ਰਾਹ ਦੇ ਵਿੱਚ ਹੀ ਛੱਡ ਦੇਣਾ ਹੈ। ਦੌੜ ਮਿਲਖਾ ਸਿੰਘ ਨੇ ਕੀਤੀ ਪੂਰੀ ਸੀ ਉੱਡ ਕੇ। ਮਿਲਖਾ ਸਿੰਘ ਨੇ ਦੌੜ ਉੱਡ ਕੇ ਪੂਰੀ ਕੀਤੀ ਸੀ। ਨੈਕਸਟ ਆ ਗਿਆ ਖਾਲੀ ਥਾਵਾਂ। ਮਿਲਖਾ ਸਿੰਘ ਡੈਸ਼ ਅਬਦੁਲ ਖਾਲਿਦ ਵਿਚਕਾਰ ਸਖਤ ਮੁਕਾਬਲਾ ਹੋਇਆ ਤੇ ਮਿਲਖਾ ਸਿੰਘ ਦਾ ਜਨਮ ਗੋਬਿੰਦਪੁਰਾ ਵਿਖੇ ਹੋਇਆ। ਮਿਲਖਾ ਸਿੰਘ ਦਾ ਕ੍ਰਾਸ ਕੰਟਰੀ ਵਿੱਚ 6ਵੇਂ ਨੰਬਰ 'ਤੇ ਆਇਆ। ਮਿਲਖਾ ਸਿੰਘ ਨੇ ਡੈਸ਼ ਮੀਟਰ ਦੌੜ ਛੱਡਣ ਦਾ ਫੈਸਲਾ ਲਿਆ 200 ਮੀਟਰ। ਡੈਸ਼ ਜਾ ਕੇ ਮਿਲਖਾ ਸਿੰਘ ਨੂੰ ਖੇਡਾਂ ਦੀ ਰੰਗ ਬਰੰਗੀ ਤੇ ਵਿਸ਼ਾਲ ਦੁਨੀਆ 'ਚ ਪਤਾ ਲੱਗਿਆ ਵਿਦੇਸ਼ ਜਾ ਕੇ। ਇਹ ਸੀ ਬੱਚੇ ਬੁੱਕ ਵਰਕ। ਧੰਨਵਾਦ।